ਵਾਹਿਗੁਰੂ 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 ਵਾਹਿਗੁਰੂ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ ਤੀ ਤੁਕੇ, ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਸ ਹਉ ਜਾਚੀ ਕਿਸ ਆਰਾਧੀ, ਜਾ ਸਭ ਕੋ ਕੀਤਾ ਹੋਸੀ। ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵਨਿਧ ਦੇਸੀ। ਕਿਸ ਹਉ ਜਾਚੀ ਕਿਸ ਆਰਾਧੀ, ਜਾ ਸਭ ਕੋ ਕੀਤਾ ਹੋਸੀ। ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵਨਿਧ ਦੇਸੀ। ਹਰ ਜੀਉ ਤੇਰੀ ਦਾਤੀ ਰਾਜਾ, ਮਾਨਸ ਬਪੋੜਾ ਕਿਆ ਸਾਲਾਹੀ। ਕਿਆ ਤਿਸ ਕਾ ਮੋਹਤਾਜਾ, ਹਰ ਜੀਉ ਤੇਰੀ ਦਾਤੀ ਰਾਜਾ, ਮਾਨਸ ਬਪੋੜਾ ਕਿਆ ਸਾਲਾਹੀ। ਕਿਆ ਤਿਸ ਕਾ ਮੋਹਤਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ। ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰਗੁਣ ਸਵਰੂਪ, ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ। ਪੋਖਣ ਭਰਣੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ। ਸ਼੍ਰੀ ਰਾਮਦਾਸ ਤਾਰਨ ਤਰਨੰ ਸਤਿਗੁਰੂ। ਆਪ ਸਿਰਜਣਹਾਰੈ ਧਾਰਿਆ, ਸਿਰਜਣਹਾਰ ਨਿਰੰਕਾਰ ਕਰਤਾਰ। ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰਗੁਣ ਸਰੂਪ। ਧੰਨ ਧੰਨ ਸ਼੍ਰੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਵਿਖੇ ਆਏ ਹੋਏ ਮੁੱਖ ਵਾਕ ਹੁਕਮਨਾਮੇ ਦੀ ਵਿਚਾਰ ਕਥਾ ਨੂੰ ਸਰਵਣ ਕਰਨ ਵਾਸਤੇ ਆਪ ਜੀ ਇਕੱਤਰ ਹੋਏ ਔਰ ਇਕੱਤਰ ਹੋ ਰਹੇ ਹੋ। ਸਨਮਾਨਯੋਗ ਖਾਲਸਾ ਜੀ ਸਾਹਿਬ, ਗਰੀਬ ਨਿਵਾਜ ਪੰਥ ਦੇ ਵਾਲੀ ਸਤਿਗੁਰੂ, ਸ਼ਬਦ ਸ਼ਸਤਰ ਕੇ ਦਾਤੇ ਸਤਿਗੁਰੂ, ਚੜ੍ਹਦੀ ਕਲਾ ਕੇ ਦਾਤੇ ਸਤਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਸੁਆਮੀ ਅੰਤਰਜਾਮੀ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਖਾਲਸਾ ਪੰਥ ਦੇ ਤਾਈਂ ਜੋ ਹੋਲੇ ਮਹੱਲੇ ਦੀ ਖਾਲਸੇ ਦੀ ਸ਼ਾਨੋ ਸ਼ੌਕਤ ਆਬੋ ਤਾਬ ਜਾਹੋ ਜਲਾਲ ਸ਼ਾਹੀ ਠਾਠ ਬਾਠ ਤੇ ਚੜ੍ਹਦੀ ਕਲਾ ਵਾਲੀ ਦਾਤ ਬਖਸ਼ੀ ਹੈ, ਉਸ ਦੇ ਨਿਮਿਤ ਕੁਛ ਕੁ ਬਚਨ ਆਪਾਂ ਵਿਚਾਰਾਂਗੇ। ਮੁੱਖ ਵਾਕ ਦੀ ਕਥਾ ਤੋਂ ਪਹਿਲਾਂ
ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਤਿਗੁਰਾਂ ਦੀ ਜੋ ਬਖਸ਼ੀ ਹੋਈ ਫਤਿਹ ਦੀ ਦਾਤ ਹੈ ਸਾਂਝ ਬਣਾਈਏ। ਗੱਜ ਕੀ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੇਮੀਓ, ਦੁਨੀਆ ਦੇ ਇਤਿਹਾਸ ਨੂੰ ਵੇਖੀਏ, ਵਾਚੀਏ, ਪੜ੍ਹੀਏ ਤੇ ਪਤਾ ਲੱਗਦਾ ਹੈ ਸੰਸਾਰ ਵਿੱਚ ਜੋ ਯੋਧੇ ਹੋਏ ਨੇ ਸਿਰਫ ਯੋਧੇ ਹੀ ਹੋਏ ਨੇ, ਸੰਤ ਨਾ ਹੋਏ। ਜੋ ਸੰਤ ਹੋਏ ਨੇ ਉਹ ਇੰਨੇ ਸੰਤ ਸਨ ਕਿ ਉਹਨਾਂ ਦੀ ਗਲ ਦੀ ਮਾਲਾ ਫਾਹ ਬਣ ਚੁੱਕੀ ਸੀ ਉਹਨਾਂ ਦੇ ਵਾਸਤੇ। ਉਹਨਾਂ ਦਾ ਸੰਤਤਵ, ਉਹਨਾਂ ਦਾ ਸੰਤਾਪ, ਦੁੱਖ ਅਤੇ ਪੀੜਾ ਬਣ ਚੁੱਕਿਆ ਸੀ। ਹਿੰਦੁਸਤਾਨ ਜਿਸ ਦੀਆਂ ਹਵਾਵਾਂ ਫਿਸਾਵਾਂ ਦੇ ਵਿੱਚੋਂ ਵੀ ਧਰਮ ਦੀ ਗੰਧ ਆਉਂਦੀ ਹੈ, ਇੰਨੇ ਧਰਮੀ 33 ਕਰੋੜ ਦੇਵਤੇ ਤੇ ਦੇਵੀਆਂ, ਪੈਗੰਬਰ, ਔਲੀਆ ਔਰ ਵਿਦਵਾਨ, ਮਹਾਤਮਾ, ਧਰਮਾਤਮਾ, ਸੰਤ ਲੋਕ ਔਰ ਅਨੰਤ ਸੰਪਰਦਾਵਾਂ, ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬਿਰਾਗੀ, ਉਦਾਸੀ, ਕਿੰਨੇ ਕਿੰਨੇ। ਪਰ ਇਹ ਦੇਸ਼ ਦੁਨੀਆ ਦੇ ਗੁਲਾਮ ਦੇਸ਼ਾਂ ਦੇ ਵਿੱਚੋਂ ਵੱਧ ਗੁਲਾਮ ਰਹਿਆ। ਕਾਰਨ ਕੀ ਸੀ? ਇਸ ਦੇਸ਼ ਦੇ ਲੋਕਾਂ ਦੇ ਪਾਸ ਮਾਲਾ ਤਾਂ ਸੀ, ਬਾਣਾ ਤਾਂ ਸੀ, ਪਰ ਉਹਦੇ ਨਾਲ ਸ਼ਸਤਰ ਨਾ ਸੀ। ਇਹ ਪੀਰ ਤਾਂ ਬਹੁਤ ਵੱਡੇ ਸਨਗੇ। ਬਾਬਰ ਚੜ੍ਹ ਕੇ ਆਉਂਦਾ ਤਾਂ ਇਹ ਅੱਗੋਂ ਪੀਰ ਇਕੱਠੇ ਕਰ ਲੈਂਦੇ ਕਿ ਆਓ ਰਿਗਵੇਦ ਦੇ ਮੰਤਰ ਪੜ੍ਹਦੇ ਹਾਂ, ਬਾਬਰ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ। ਮਹਾਰਾਜ ਨੇ ਬਾਣੀ ਚ ਆਖਿਆ, ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ। ਬਾਬਰ ਚੜ੍ਹ ਕੇ ਆਉਂਦਾ ਤੇ ਹਿੰਦੁਸਤਾਨ ਦੇ ਲੋਕ ਪੀਰਾਂ ਨੂੰ ਕਹਿੰਦੇ ਵੀ ਆਓ ਅਖੇ ਰਿਗਵੇਦ ਦੇ ਮੰਤਰ ਪੜ੍ਹੋ ਤੇ ਹੋਰ ਧਰਮਾਂ ਦੇ ਗ੍ਰੰਥਾਂ ਦੇ ਮੰਤਰ ਪੜ੍ਹੋ ਤਾਂ ਕਿ ਮੁਗਲ ਅੰਧੇ ਹੋ ਜਾਣ। ਪਰ ਮਹਾਰਾਜ ਕਹਿੰਦੇ ਕੋਈ ਮੁਗਲ ਨਾ ਹੋਆ, ਅੰਧਾ ਕਿਨੈ ਨਾ ਪਰ ਚੱਲ ਆਇਆ। ਇਸ ਦੇਸ਼ ਦੇ ਲੋਕਾਂ ਦੇ ਹੱਥਾਂ ਵਿੱਚ ਧਰਮ ਦੇ ਗ੍ਰੰਥ ਔਰ ਦੀਨ ਦੀਆਂ ਕਿਤਾਬਾਂ ਤਾਂ ਸਨ ਗਈਆਂ, ਪਰ ਸ੍ਰੀ ਸਾਹਿਬ ਨਾ ਸੀ। ਵਿਦੇਸ਼ੀ ਪੰਜ ਧਾੜਵੀ ਆਣ ਕੇ ਪੂਰੇ ਦੇ ਪੂਰੇ ਸ਼ਹਿਰ ਨੂੰ ਗੁਲਾਮ ਕਰਕੇ, ਕੁੱਟ ਕੇ, ਪੁੱਟ ਕੇ, ਮਾਰ ਕੇ, ਤਾੜ ਕੇ, ਲਤਾੜ ਕੇ, ਉਖਾੜ ਕੇ ਜਾਂਦੇ ਸਨ। ਤੇ ਇਸ ਦੇਸ਼ ਦੇ ਲੋਕ ਝੂਠਾ ਜਿਹਾ ਸਬਰ ਕਰਦੇ ਸਨ। ਮਾਰ ਖਾਣ ਤੋਂ ਬਾਅਦ ਅੱਛਾ भगवती देवी की यही इच्छा थी, चलो भगवान और दे देगा, इस तरह कह के सब्र करते सन। जगत गुरु गरीब निवाज पंथ दे वाली सतगुरु खंडे दी धार विचों खालसे नूं उत्पन्न करन वाले मेरे मालिक जदों हजूर साहब जी की धरती ते गए, रस्ते च दादू द्वारा आया जिथे आप जी नूं खालसे ने तनख्वाह लाई। दादू द्वारे गए ਤੇ ਦਾਦੂ ਦੇ ਬਚਨ ਪੜ੍ਹ ਕੇ ਮਹਾਰਾਜ ਨੂੰ ਸੁਣਾਏ ਕਿ ਦਾਦੂ ਦਾਵਾ ਛੱਡ ਕੇ ਲੀਜੇ ਕਲਕਾ ਭਾਓ, ਜੇ ਕੋ ਮਾਰਾ ਈ ਢੀਮ ਤੇ ਲੀਜੈ ਸੀਸ ਵਗਾਏ। ਕਿ ਜੇ ਕੋਈ ਇੱਟ ਢੇਮ ਮਾਰਦਾ ਹੈ ਤੇ ਸਿਰ ਅੱਗੇ ਕਰਕੇ ਤੇ ਇੱਟ ਢੇਮ ਜਿਹੜੀ ਆ ਉਹ ਸਹਿਣ ਕਰ ਲਵੋ ਅਖੇ। ਇਹ ਦਾਦੂ ਜੀ ਦੇ ਬਚਨ ਹਨ ਜਿਹੜੇ ਵੱਡੇ ਪੀਰ ਹੋਏ ਹਨ, ਜਿਨ੍ਹਾਂ ਦੀ ਕਬਰ ਤੇ ਸਿਰ ਝੁਕਾਉਣ ਦਾ ਖਾਲਸੇ ਨੇ ਲਾਮਾ ਮਾਰਿਆ ਸੀ। 10ਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਨਹੀਂ, ਦਾਵਾ ਛੱਡ ਕੇ ਨਹੀਂ ਦਾਦੂ, ਦਾਵਾ ਛੱਡ ਕੇ ਨਹੀਂ ਦਾਦੂ, ਦਾਵਾ ਰੱਖ ਕੇ ਲੀਜੈ ਕਲਕਾ ਭਾਓ, ਜੇ ਕੋ ਮਾਰਾ ਈ ਢੀਮ ਪਾਥਰ ਹਨੇ ਰਸਾਏ। ਕਹਿੰਦੇ ਦਾਵਾ ਛੱਡਣਾ ਨਹੀਂ, ਦਾਵਾ ਰੱਖਣਾ ਹੈ। ਹਮ ਰਾਖਤ ਹੈ ਪਾਤਸ਼ਾਹੀ ਦਾਵਾ, ਦਾਵਾ ਰੱਖਣਾ ਹੈ, ਛੱਡਣਾ ਨਹੀਂ। ਤੇ ਜੇ ਕੋਈ ਇੱਟ ਢੇਮ ਮਾਰਦਾ, ਤੁਸੀਂ ਕਹਿੰਦੇ ਹੋ ਲੀਜਾ ਸੀਸ ਚੜਾਏ, ਅਸੀਂ ਕਹਿੰਦੇ ਹਾਂ ਨਹੀਂ ਪੱਥਰ ਹਨੇ ਰਸਾਏ। ਜੇ ਕੋਈ ਇੱਟ ਮਾਰਦਾ ਹੈ ਉਹਨੂੰ ਪੱਥਰ ਦਾ ਜਵਾਬ ਦੇਣਾ ਹੈ। ਇਹ 10ਵੇਂ ਪਾਤਸ਼ਾਹ ਮਾਨ ਨੇ ਦਾਦੂ ਦੁਆਰੇ ਤੇ ਬਚਨ ਆਖੇ ਸਨ। ਵਕਤ ਆਇਆ ਮੇਰੇ ਗਰੀਬ ਨਵਾਜ ਚੋਜੀ ਪ੍ਰੀਤਮ ਸਤਿਗੁਰਾਂ ਨੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪਾਵਨ ਸਥਲੀ ਉੱਪਰ ਆਪਣੇ ਆਪ ਨੂੰ ਪ੍ਰਗਟ ਕੀਤਾ, ਅਵਤਾਰ ਧਾਰਨ ਕੀਤਾ। ਬਚਪਨ ਦੇ ਪਵਿੱਤਰ ਦਿਨਾਂ ਦੇ ਵਿੱਚ ਇੱਕ ਜਥੇ ਦੇ ਆਪ ਜਥੇਦਾਰ ਬਣਦੇ, ਦੂਸਰੇ ਜਥੇ ਦੇ ਜਥੇਦਾਰ ਭਾਈ ਸੰਗਤ ਸਿੰਘ ਸਾਹਿਬ ਬਣਦੇ। ਦੋ ਜਥਿਆਂ ਦਾ ਬਨਾਵਟੀ ਯੁੱਧ ਹੁੰਦਾ।
ਕਦੇ ਆਪ ਜਿੱਤ ਜਾਂਦੇ, ਕਦੇ ਭਾਈ ਸੰਗਤ ਸਿੰਘ ਸਾਹਿਬ, ਜਿਹੜਾ ਜਥਾ ਜਿੱਤਦਾ ਸਤਿਕਾਰਯੋਗ ਦਾਦੀ ਮਾਂ ਮਾਤਾ ਨਾਨਕੀ ਜੀ ਸਾਹਿਬ, ਮਾਤਾ ਗੁਜਰੀ ਜੀ ਸਾਹਿਬ ਜੀ ਦੇ ਪਾਸੋਂ ਆਪ ਜੀ ਉਹਨਾਂ ਨੂੰ ਇਨਾਮ ਦਿਵਾਇਆ ਕਰਦੇ ਸਨ। ਫਿਰ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਪੰਜਾਬ ਦੀ ਧਰਤੀ ਮੱਧਰ ਦੇਸ਼ ਪਿਆਨਾ ਕੀਤਾ। ਆਨੰਦਪੁਰ ਸਾਹਿਬ ਆਏ, ਗੁਰਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਚੋਜ ਅਤੇ ਕੌਤਕ ਕੀਤੇ, ਭਾਂਤ ਭਾਂਤ ਦੀ ਸਿੱਖਿਆ ਔਰ ਦੀਕਸ਼ਾ ਹਾਸਲ ਕੀਤੀ। 75 ਵਿੱਚ 1675 ਵਿੱਚ ਗੁਰਦੇਵ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਰੀਰ ਦਾ ਠੀਕੜਾ ਫੋੜਿਆ, ਤੁਰਕੇਸ਼ ਦਿੱਲੀ ਪਤ ਚੌਗੱਤੇ ਤੁਰਕੜੇ ਰੰਗ ਦੇ ਸੀਸ ਤੇ ਸ਼ਹਾਦਤ ਹਾਸਲ ਕੀਤੀ। 1675 ਤੋਂ ਲੈ ਕੇ ਸਾਧ ਸੰਗਤ ਜੀ 99 ਤੱਕ ਕਰੀਬਨ 24 ਸਾਲ ਆਪ ਜੀ ਨੇ ਖਾਲਸਾ ਪੰਥ ਦੀ ਤਿਆਰੀ ਕੀਤੀ ਹੈ। 1699 ਦੀ ਵਿਸਾਖੀ ਨੂੰ ਖਾਲਸਾ ਪੰਥ ਆਪ ਜੀ ਨੇ ਪ੍ਰਗਟ ਕੀਤਾ ਹੈ। ਦੁਨੀਆ ਦੇ ਲੋਕ ਤਲਵਾਰ ਚੁੱਕਦੇ ਨੇ, ਸ਼ਸਤਰ ਚੁੱਕਦੇ ਨੇ, ਖੂਨ ਦੀ ਧਾਰ ਚੱਲਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਖੰਡਾ ਚਲਾਇਆ, ਉਸ ਖੰਡੇ ਵਿੱਚੋਂ ਖੂਨ ਦੀ ਧਾਰ ਨਹੀਂ ਬਲਕਿ ਖੰਡੇ ਦੇ ਵਿੱਚੋਂ ਅੰਮ੍ਰਿਤ ਕੀ ਧਾਰ ਚੱਲੀ ਔਰ ਉਸ ਅੰਮ੍ਰਿਤ ਕੀ ਦਾਤ ਦੇ ਕੇ ਸਿੱਖ ਨੂੰ ਸਿੰਘ ਬਣਾ ਦਿੱਤਾ। 1699 ਦੀ ਵਿਸਾਖੀ ਦੇ ਵਿੱਚ 1699 ਦੀ ਵਿਸਾਖੀ 'ਚ ਖਾਲਸਾ ਸਾਜਿਆ ਤੇ ਸੰਨ 1700 ਦੇ ਅੱਜ ਦੇ ਦਿਨ, ਠੀਕ ਅੱਜ ਦੇ ਦਿਨ ਪੂਰਨਮਾਸੀ ਤੋਂ ਅਗਲੇ ਦਿਨ ਆਪ ਜੀ ਨੇ ਆਨੰਦਪੁਰ ਸਾਹਿਬ ਜੋ 5 ਕਿਲੇ ਬਣਾਏ ਸਨ, ਕੇਸਗੜ੍ਹ, ਲੋਹਗੜ੍ਹ, ਤਾਰਾਗੜ੍ਹ ਆਦਿਕ ਦੇ ਸਮੇਤ, ਉਹਦੇ ਚੋਂ ਇੱਕ ਕਿਲਾ ਆਪ ਜੀ ਨੇ ਤਿਆਰ ਕੀਤਾ ਸੀ, ਉਹਦਾ ਨਾਮ ਸ੍ਰੀ ਹੋਲਗੜ੍ਹ ਸਾਹਿਬ ਆਪ ਜੀ ਨੇ ਰੱਖਿਆ। ਜੋ ਕੌਤਕ ਆਪ ਜੀ ਨੇ ਪਟਨੇ ਦੀ ਧਰਤੀ ਤੇ ਕੀਤੇ ਸਨ, ਉਹਨਾਂ ਕੌਤਕਾਂ ਨੂੰ ਹੁਣ ਵਿਅਕਤ ਰੂਪ ਦੇ ਵਿੱਚ, ਜ਼ਾਹਰ ਰੂਪ ਦੇ ਵਿੱਚ, ਪ੍ਰਗਟ ਰੂਪ ਦੇ ਵਿੱਚ ਆਪ ਜੀ ਪ੍ਰਗਟ ਕਰਨ ਲੱਗੇ ਹਨ। ਜਥੇ ਦੇ ਸਿੰਘਾਂ ਦੇ 2 ਜਥੇ ਬਣਾ ਕੇ ਨੀਲ ਅੰਬਰ ਹੋ ਕੇ ਸਿੰਘ ਤਿਆਰ ਹੋ ਕੇ ਸਨੱਧਬੱਧ ਹੋ ਕੇ ਮਹਾਰਾਜ ਆਖਿਆ ਕਰਦੇ, ਜੋ ਇਸ ਕਿਲੇ ਦੇ ਉੱਪਰ ਕਬਜ਼ਾ ਕਰੇਗਾ ਉਹਦੇ ਤੇ ਸਾਡਾ ਭਾਰੀ ਖੁਸ਼ਾ ਹੋਵੇਗਾ, ਜੋ ਨਹੀਂ ਕਬਜ਼ਾ ਕਰ ਪਾਵੇਗਾ ਪ੍ਰਸੰਨਤਾ ਉਹਦੇ ਤੇ ਵੀ ਹੋਵੇਗੀ, ਪਰ ਜਾਨਾਂ ਹੂਲ ਕੇ ਕਬਜ਼ੇ ਕਰਨੇ ਹਨ। ਆਪ ਜੀ ਨੇ ਬਣਾਵਟੀ ਜੰਗ ਯੁੱਧ ਸ਼ਸਤਰ ਵਿਦਿਆ ਦੇ ਅਭਿਆਸ ਆਪ ਜੀ ਨੇ ਪ੍ਰਪੱਕ ਰੂਪ ਦੇ ਵਿੱਚ ਸਾਧ ਸੰਗਤ ਜੀ ਉੱਥੇ ਚਲਾਏ। ਸਤਿਗੁਰਾਂ ਦੀ ਕਥਾ ਵਿੱਚ ਲਿਖਿਆ, ਆਪ ਜੀ ਨਵੇਂ ਸੱਜੇ ਹੋਏ ਭੁਜੰਗੀਆਂ ਨੂੰ, ਸਿੰਘਣੀਆਂ ਨੂੰ, ਆਪਣੇ ਧੀਆਂ ਪੁੱਤਰਾਂ ਨੂੰ ਆਪ ਸ਼ਸਤਰ ਵਿਦਿਆ ਸਿਖਾਇਆ ਕਰਦੇ ਸਨ ਗਰੀਬ ਨਿਵਾਜ ਮਹਾਰਾਜ। ਔਰ ਬਕਾਇਦਾ ਇਹ ਹਦਾਇਤ ਸੀ, 10ਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸ੍ਰੀ ਸ਼ਸਤਰਨਾਮਾ ਨਾਮਾਲਾ ਪੁਰਾਣ ਵਿੱਚ ਆਉਂਦਾ 10ਮ ਗ੍ਰੰਥ ਵਿੱਚ, ਲੂਟ ਕੂਟ ਲੀਜ ਤਿਨੈ ਜੋ ਬੰਦੇ ਬਿਨ ਜਾਏ, ਕਿ ਜੋ ਸ਼ਸਤਰ ਬੰਨੇ ਬਿਨਾ ਸਫ਼ਰ ਤੇ ਜਾਂਦੇ ਨੇ ਉਹਨਾਂ ਨੂੰ ਲੁੱਟਿਆ ਕੁੱਟਿਆ ਜਾਂਦਾ ਹੈ। ਐਸੇ ਤੇ ਹਾਲਾਤ ਹਨ, ਸਿੰਘ ਕਿਤੇ ਯਾਤਰਾ ਤੇ ਜਾਵੇ, ਸਫ਼ਰ ਤੇ ਜਾਵੇ, ਸਨੱਧਬੱਧ ਹੋ ਕੇ ਜਾਵੇ, ਤਿਆਰ ਹੋ ਕੇ ਜਾਵੇ। और विशेष हदायत सी, जब हमारे दर्शन को आवहो बन सुचेत तन शास्त्र सजावहो, भी जदों साडे दर्शनां दे वास्ते आउणा सुचेत हो के शरीर ते शास्त्र सजा के आउणा, ते बचन कहे बिना तेग केसंग ना देवों दीदारे, तेग अते केस तो बिना शस्त्रधारी होए बिना मैं दीदार नहीं देवांगा। इस प्रकार सत संगत जीओ, होली का त्यौहार ਇਹਦਾ ਪਿਛੋਕੜ ਸਤਜੁਗ ਦੇ ਨਾਲ ਜੁੜਿਆ ਹੋਇਆ, मतलब ਹਜ਼ਾਰਾਂ ਲੱਖਾਂ ਸਾਲਾਂ ਦਾ ਇਹਦਾ ਪਿਛੋਕੜ ਹੈ। ਥੋੜਾ ਜਿਹਾ ਇਹ ਵੀ ਵਿਚਾਰ ਸਮਝ ਲੈਣ ਜੈਸੀ ਹੈ ਤਾਂ ਕਿ ਸਾਨੂੰ ਪਤਾ ਲੱਗੇ ਅਸੀਂ ਨਿਆਰੇ ਤੇ ਵੱਖਰੇ ਤੇ ਵਿਲੱਖਣ ਤੇ ਅਲੌਕਿਕ ਤੇ ਅਦੁੱਤੀ ਤੇ ਬੇਨਜ਼ੀਰ ਤੇ ਬੇਮਿਸਾਲ ਲਾਸਾਨੀ ਤੇ ਵੱਖਰੇ ਕਿਵੇਂ ਹਾਂ। ਹੋਇਆ ਇਸ ਤਰ੍ਹਾਂ, ਭਗਤ ਪ੍ਰਹਿਲਾਦ ਜੀ ਸਾਹਿਬ, ਕੱਲਰ ਕਵਲ ਪੁੱਤਰ ਪ੍ਰਹਿਲਾਦ, ਭਾਈ ਗੁਰਦਾਸ ਜੀ ਸਾਹਿਬ ਜੀ ਨੇ ਲਿਖਿਆ, ਹਰਨਾਕਸ਼ ਦੇ ਘਰੇ ਆਪ ਜੀ ਨੇ ਆਪਣਾ ਆਪ ਪ੍ਰਗਟ ਕੀਤਾ। ਹਰਨਾਕਸ਼, ਜਲੇ ਹਰਨਾਕਸ਼, ਥਲੇ ਹਰਨਾਕਸ਼, ਇਵੇ ਹਰਨਾਕਸ਼, ਉਵੇ ਹਰਨਾਕਸ਼, ਹਰ ਜਗ੍ਹਾ ਤੇ ਆਪਣਾ ਹੀ ਜਪ ਜਪਾਉਂਦਾ ਸੀਗਾ, ਨਾਮ ਜਪਾਉਂਦਾ ਸੀ।
ਪਰ ਭਗਤ ਪ੍ਰਹਿਲਾਦ ਜੀ ਸਾਹਿਬ RAM ਨਾਮਾ ਜਪੋ ਕਰੈ, ਹਿਰਦੈ ਹਰਿ ਜੀ ਕੋ ਸਿਮਰਨ ਧਰੈ। RAM ਕਹੇ ਕਰਤਾਲ ਬਜਾਵੇ, ਚਟਿਆ ਸਭੇ ਬਿਗਾਰੇ। ਆਪ ਜੀ ਰਾਮ ਰਾਮ ਜਪਦੇ ਸਨ। ਹੁਣ ਰਾਮ ਰਾਮ ਤੋਂ ਭਾਵ श्री दशरथ का बेटा नहीं, क्योंकि दशरथ के बेटे भगवान श्री राम जी का अवतरण ते बहुत समा बाद में जाके हुंदा है, जदों कि ये कथा सतयुग दी है। इस प्रकार आप जी रमंती रामा जी का जाप करते सन। राम रमै सोई रामाना, जल थल महियल एक समाना, जिवें महाराज ने आख्या। राम राम जपदे सन। तो इस प्रकार संडा ते अमरक, संडा मरका इन्हां दा नाम आउंदा है। दो उस्ताद सन। सो जो विद्या पढ़ाउंदे सन भगत प्रहलाद जी साहब जी नूं, हरनाक्ष ने आख्या भी इनू राम नाम जपण तो रोकिया जावे, पर आप जी रुके ना। मां ने भी समझाया, बाणी च लिखिया, पर आप जी ने राम नाम का त्याग ना किया। अखीर भगत प्रहलाद जी साहब जी की एक भूआ सी, मतलब हरनाक्ष की भैन, जिहदा नाम होरी, होलिका, होरिका जां होर कई नाम उहदे आए हन पुराणां दे विच, ग्रंथां दे विच लिखिया होया कि उन्नू बर सी। कई पुस्तकां 'च लिखिया कि उन्नू चद्दर मिली सी ब्रह्मा जां शिवजी तो, कि उस चद्दर नूं अग नहीं सी लगदी, बर सीगा कि अग ना लगेगी। उस वेले होलका ने, मतलब भूआ ने आखिया अपने भरा नूं हरनाक्ष नूं भी जे तू मारिया ही चाहुना इनू ते मैं इनू गोद विच लैके ते अग विच बह जानी। भाई गुरदास जी साहब जी ने लिखिया, जल अग्नि विच घत्तिया, जलै ना डूबै गुर प्रसाद। सो अग विच लैके बह गई होलका, भगत प्रहलाद जी साहब जी की सकी भूआ, हरनाक्ष की सकी भैन। वो जिहड़ी चद्दर सी हवा दे नाल उड़ के भगत प्रहलाद जी साहब जी के शरीर उपर टक्की गई। वो बच गए। नतीजे वजों होलका सड़ गई, मच गई। ये गल है लोहड़ी वाले दिन दी, जिहड़ी ये गल है होलका दे सड़न दी ते भगत प्रहलाद जी साहब जी दे बचन दी, ये गल लोहड़ी वाले दिन दी। उस दिन तो लैके हिंदुस्तान विच होलिका जलाई जाती सी। ग्रंथां विच लिखिया कि होली तो लैके, लोहड़ी तो लैके ते होली तक ये जिहड़ी होलिका सी ये सड़दी रही, ये मचदी रही। ते पूर्णमासी मतलब कल दे दिन तक ये सड़दी रही। ते जदों ये सड़ गई चंगी तरह, फिर इहदी खे जिहड़ी राख सी वो लोकां ने उडाई। इनू होली दहन कहंदे हन। दास ने ये पढ़िया ते अजकल जिहड़े मोबाइलों के उपर कैलेंडर ने ना, जिन्हां ते कोई विशेष इंटरनेशनल पद्धर दे दिन दिहाड़े आउंदे ने, मैं मोबाइल ते कैलेंडर देखिया ते हैरान होया, उहदे ते भी होली दहना ये लिखिया होया है। असल विच होली कोई त्यौहार नहीं है, त्यौहार होली दहना है। जिस दिन वो होली मतलब होलका भगत प्रहलाद जी की भूआ मतलब हरनाक्ष की भैन सड़ी सी, ते सड़न तो बाद वो राख हो गई सी, खे हो गई सी। उहदी खे जिहड़ी सी वो उडाई गई। कल मैं सवेरे जदों तखत साहब जी तो आया गुरुद्वारा बाल लीला साहब, मैं हैरान होया। कोई 2 मिनट का रस्ता है ते 3 गलियां ने करीबन तखत साहब तो जो आप बाल लीला साहब नूं आउंदे आ, 3 गलियां विच 3 जगह ते ही रात होली जलाई सी। परसों की रात मतलब कल सवेरे। मेरे कहण तो भाव पूरब दे विच बिहार दे विच अज भी लोग होली जलाउंदे हन, भावें सानू पंजाब वालियां नूं ना पता होवे। वो जदों अग बालदे ने चरस्तियां विच, शहरां दे विच जिन्ने भी चरस्ते होणगे, गलियां दे विच जिन्ने भी चरस्ते होणगे, उत्थे लकड़ां नूं रात वो जला दिंदे ने ते सवेरे उहदी खे उडा दिंदे ने, जां अपने आप ही वो पैरां दे नाल उड जांदी है। अज भी हिंदुआं दे विच गाहे बगाहे गुपत जां खारिज, प्रगट जां गुपत, अंदरूनी जां बहरूनी तौर ते होली जलाई जाती है। जदों गरीब नवाज महाराज जी ने अज दे दिन 1700 सन विच मतलब
ਸੰਮਤ 1757 ਵਿੱਚ ਅੱਜ ਦੇ ਦਿਨ ਮਹਾਰਾਜ ਜੀ ਨੇ ਸਾਧ ਸੰਗਤ ਜੀਓ ਇਹਦੇ ਵਿੱਚ ਨਵੀਂ ਕ੍ਰਾਂਤੀ, ਨਵੀਂ ਤਬਦੀਲੀ ਲਿਆਂਦੀ। ਇੱਕ ਦਿਨ ਬੇਨਤੀ ਵੀ ਕੀਤੀ ਸੀ ਦਾਸ ਨੇ ਕਿ ਹਿੰਦੁਸਤਾਨ ਦੇ ਜਿੰਨੇ ਵੀ ਤਿਉਹਾਰ ਪਰਬ ਹਨ, ਇਹਨਾਂ ਨੂੰ ਮਹਾਰਾਜ ਜੀ ਨੇ ਨਵੀਂ ਕ੍ਰਾਂਤੀ ਦਿੱਤੀ ਹੈ। ਜਿਵੇਂ ਦੁਸਹਿਰੇ ਤੇ ਵੀ ਲੋਕ ਧੂਮ ਧੜਕੇ, ਰੌਲੇ ਰੱਪੇ, ਸ਼ੋਰ ਸ਼ਰਾਬੇ, ਔਰਤਾਂ ਤਰੀਮਤਾਂ, ਬਜ਼ੁਰਗਾਂ ਬੱਚਿਆਂ ਨਾਲ ਹੁਰਮਤੀਆਂ ਹੋਣੀਆਂ, ਮਹਾਰਾਜ ਜੀ ਨੇ ਉਹਨੂੰ ਸ਼ਸਤਰ ਪੂਜਨ ਜਾਂ ਮਹੱਲੇ ਦੇ ਨਾਮ ਦੇ ਨਾਲ ਪ੍ਰਗਟ ਕੀਤਾ ਹੈ ਦੁਸਹਿਰੇ ਨੂੰ। ਇਵੇਂ ਹੋਲੀ ਜਲਾਈ ਜਾਂਦੀ ਤੇ ਲੋਕ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਔਰਤਾਂ ਨੂੰ, ਦਾਨੇ ਮਸਤਾਨੇ ਦੀਵਾਨੇ ਲੋਕ, ਪੰਗੂ ਮਨੁੱਖ, ਅਪੰਗ ਲੋਕ, ਉਹਨਾਂ ਨੂੰ ਵੀ ਤੰਗ ਕਰਦੇ ਹੋਲੀ ਦੇ ਨਾਮ ਤੇ। ਇੱਕ ਪੰਥ ਵਿੱਚ ਬਹੁਤ ਵੱਡੇ ਵਿਦਵਾਨ ਮਹਾਂਪੁਰਖ ਹੋਏ ਨੇ, ਬਾਬਾ ਸੁਮੇਰ ਸਿੰਘ ਜੀ, ਜਿਹੜੇ ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਹੋਏ ਨੇ। ਜਿਹੜੀ ਪੰਥ ਵਿੱਚ ਸਭ ਤੋਂ ਪਹਿਲੀ ਗੁਰਬਾਣੀ ਦੀ ਜੋ ਟੀਕਾ ਹੋਇਆ ਹੈ, ਸਟੀਕ ਹੋਈ ਹੈ, ਉਹ ਫਰੀਦਕੋਟੀਏ ਰਾਜੇ ਨੇ ਸਟੀਕ ਤਿਆਰ ਕਰਵਾਇਆ ਸੀ। ਉਹ ਜਿਹੜੀ ਕਮੇਟੀ ਬਣਾਈ ਸੀ ਵਿਦਵਾਨਾਂ ਦੀ ਉਸ ਟੀਕੇ ਦੇ ਵਾਸਤੇ, ਕਿਉਂਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਟੀਕਾ ਨਹੀਂ ਸੀ, ਕੋਈ ਸਟੀਕ ਨਹੀਂ ਸੀ, ਕੋਈ ਉਹਦੀ ਟਰਾਂਸਲੇਸ਼ਨ ਨਹੀਂ ਸੀ। ਉਹਦੇ ਮੁਖੀ ਸਨ ਬਾਬਾ ਸੁਮੇਰ ਸਿੰਘ ਜੀ ਨਾਮ ਸੀ। ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਆਪ ਜੀ ਕਰੀਬਨ 20 ਸਾਲ ਤੋਂ ਵੱਧ ਸਮਾਂ ਜਥੇਦਾਰ ਰਹੇ ਨੇ। ਇੱਥੇ ਅੰਮ੍ਰਿਤਸਰ ਸਾਹਿਬ ਆਪ ਜੀ ਨੇ ਸਰੀਰ ਤਿਆਗਿਆ ਸੀ। ਉਹਨਾਂ ਦੀਆਂ ਲਿਖੀਆਂ ਹੋਈਆਂ ਪੁਰਾਣੀਆਂ ਪੁਸਤਕਾਂ, ਪੁਰਾਣੇ ਗ੍ਰੰਥ ਅੱਜ ਵੀ ਪੜ੍ਹਨ ਨੂੰ ਮਿਲਦੇ ਨੇ। ਇਹ 10ਵੇਂ ਪਾਤਸ਼ਾਹ ਦੇ ਆਨੰਦ ਪ੍ਰੇਮੀ ਸਨ। ਬਹੁਤ ਸਾਰਾ ਉਹਨਾਂ ਨੇ ਗੁਰਮਤਿ ਦਾ ਸਿਧਾਂਤ ਲਿਖਿਆ, ਬੜੇ ਵਿਦਵਾਨ ਸਨਗੇ ਆਪ ਜੀ। ਆਪ ਜੀ ਨੇ ਬਚਨ ਲਿਖੇ ਨੇ, ਜਿਹੜਾ ਸਾਰਾ ਪੰਥ ਪੜ੍ਹਦਾ ਹੈ ਪਤਾ ਨਹੀਂ ਹੈ ਬਹੁਤਿਆਂ ਨੂੰ ਕਿ ਇਹ ਬਚਨ ਕਿਹਨਾਂ ਦੇ ਲਿਖੇ ਨੇ। ਇਹ ਬਚਨ ਬਾਬਾ ਸੁਮੇਰ ਸਿੰਘ ਸਾਹਿਬ ਜੀ ਦੇ ਲਿਖੇ ਹੋਏ ਨੇ ਤੇ ਰਸਨਾ 10ਵੇਂ ਪਾਤਸ਼ਾਹ ਦੀ ਹੈ, ਕਲਮ ਆਪ ਜੀ ਦੀ ਹੈ। ਬਚਨ ਕੀ ਹਨ? ਔਰਨ ਕੀ ਹੋਲੀ ਮਮ ਹੋਲਾ, ਕਹਿਓ ਕਿਰਪਾ ਨਿਧ ਬਚਨ ਅਮੋਲਾ। ਔਰਨ ਕੀ ਹੋਲੀ, ਹੋਰਾਂ ਦੀ ਹੋਲੀ ਤੇ ਮੇਰਾ ਹੋਲਾ, ਕਹਿਓ ਕਿਰਪਾ ਨਿਧ ਬਚਨ ਅਮੋਲਾ। ਇਹ ਕਿਰਪਾ ਨਿਧਾਨ ਖੜਗੇਸ਼ ਪਿਤਾ, ਜਗਤੇਸ਼ ਪਿਤਾ ਕਲਗੀਧਰ ਸਵਾਮੀ ਜੀ ਨੇ ਬਚਨ ਆਖਿਆ ਕਿ ਹੋਰਾਂ ਦੀ ਹੋਲੀ ਤੇ ਸਾਡਾ ਹੋਲਾ ਹੋਵੇਗਾ। ਇਹ ਮਹਾਰਾਜ ਜੀ ਨੇ ਹੋਲੀ ਤੋਂ ਹੋਲਾ ਪੰਥ ਨੂੰ ਦਿੱਤਾ ਹੈ। ਭਗਤ ਪ੍ਰਹਿਲਾਦ ਜੀ ਸਾਹਿਬ ਜੀ ਦਾ ਵੱਡਾ ਭਾਰੀ ਸਨਮਾਨ ਹੈ। ਗੁਰੂ ਘਰ ਵਿੱਚ 2 ਤਰ੍ਹਾਂ ਦੀ ਸੰਧਿਆ ਹੈ, ਸਵੇਰ ਦੀ ਸੰਧਿਆ ਆਸਾ ਦੀ ਵਾਰ ਦੀ ਤੇ ਸ਼ਾਮ ਦੀ ਸੰਧਿਆ ਰਹੁ ਰਾਸ ਦੀ ਹੈ। ਦੋਨੇ ਸੰਧਿਆ ਵਿੱਚ ਭਗਤ ਪ੍ਰਹਿਲਾਦ ਜੀ ਸਾਹਿਬ ਜੀ ਨੂੰ ਨਮਸਕਾਰਾਂ ਤੇ ਹਰਨਾਕਸ਼ ਨੂੰ ਲਾਹਨਤਾਂ ਪੈਂਦੀਆਂ ਨੇ। ਹਰਨਾਕਸ਼ ਦੁਸ਼ਟ ਹਾਰ ਮਾਰਿਆ, ਪ੍ਰਹਿਲਾਦ ਤਰਾਇਆ। ਪਰ ਮਹਾਰਾਜ ਜੀ ਨੇ ਹੋਲੀ ਤੋਂ ਹੋਲਾ ਪੰਥ ਨੂੰ ਦਿੱਤਾ ਹੈ। ਹਜੂਰ ਸਾਹਿਬ ਜੀ ਦੀ ਧਰਤੀ ਉੱਪਰ ਤੇ ਬਕਾਇਦਾ ਇੱਕ ਚੌਂਕ ਹੈ। ਤਖਤ ਸਾਹਿਬ ਜੀ ਤੋਂ ਤੁਰ ਕੇ ਜਾਈਏ 3 ਮਿੰਟ ਲੱਗਦੇ ਨੇ, 5 ਭਾਵੇਂ ਨਾ ਹੀ ਲੱਗਣ। ਉਹਦਾ ਨਾਂ ਹੱਲਾ ਬੋਲ ਚੌਂਕ ਹੈ। ਉੱਥੇ ਖਾਲਸਾ ਹੱਲਾ ਬੋਲਦਾ ਹੈ ਨੰਗੀਆਂ ਤਲਵਾਰਾਂ ਲਹਿਰਾ ਕੇ। ਔਰ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਲਗੜ੍ਹ ਨਾਮ ਦਾ ਬਕਾਇਦਾ ਕਿਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ। ਸੁੰਦਰ ਦਰਬਾਰ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਪ੍ਰਬੰਧ ਹੈ। ਹੁਣ ਤੇ ਤੁਸੀਂ ਇੱਥੇ ਬੈਠੇ ਹੋ ਅੰਮ੍ਰਿਤਸਰ ਸਾਹਿਬ, ਦੁਬਾਰਾ ਕਦੇ ਆਨੰਦਪੁਰ ਸਾਹਿਬ ਜਾਓ ਤੇ ਜ਼ਰੂਰ ਜਾ ਕੇ ਦੀਦਾਰ ਦਰਸ਼ਨ ਪਾਉਣਾ। ਇਸ ਪ੍ਰਕਾਰ ਸਾਧ ਸੰਗਤ ਜੀਓ, ਦੂਸਰਾ ਇੱਕ ਮੌਸਮੀ ਤਿਉਹਾਰ ਹੈ ਜੋ ਹੋਲੀ ਹੈ। ਖਾਲਸਾ ਪੰਥ ਵਿੱਚ ਜਦੋਂ ਪੰਥ ਦਾ ਰਾਜ ਆਇਆ ਹੈ, ਉਦੋਂ ਸਾਧ ਸੰਗਤ ਜੀ ਬਸੰਤੀ ਦਰਬਾਰ ਵਿਸ਼ੇਸ਼ ਕਰਕੇ ਸੱਜਦਾ ਸੀ। ਇਹ ਬਸੰਤ ਰੁੱਤ ਹੈ। ਭਾਵੇਂ ਸਮਾਂ ਸਵਾਇਆ ਤੇ ਸੀਮਿਤ ਹੈ, ਪਰ ਫਿਰ ਵੀ ਪੰਥ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਹਨ ਜਿਹੜੀਆਂ ਸਾਡੇ ਬੱਚੇ ਤੇ ਬੱਚੀਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦਿਨ ਤਿਉਹਾਰਾਂ ਉੱਪਰ ਸਾਡੀਆਂ ਪੁਰਾਤਨ ਰਵਾਇਤਾਂ ਕੀ ਹਨ। ਸਭ ਤੋਂ ਪਹਿਲਾਂ ਇਸ ਪਾਵਨ ਅਸਥਾਨ ਦੀ ਗੱਲ ਕਰੀਏ ਤੇ ਲੋਹੜੀ ਵਾਲੀ ਰਾਤ ਸ਼ਾਮ ਨੂੰ ਸੋਧਰ ਤੋਂ ਬਾਅਦ ਇੱਥੇ ਦਰਬਾਰ ਸਾਹਿਬ ਜੀ ਵਿਖੇ, ਹਰਮੰਦਰ ਸਾਹਿਬ ਜੀ ਵਿਖੇ ਜੋ ਆਦਿਕਾਲ ਦੀ ਪੁਰਾਤਨ ਮਰਜ਼ਾਦਾ ਹੈ, ਸੋ ਬਸੰਤ ਰਾਗ ਨੂੰ ਗਾਇਨ ਕਰਨ ਦੀ ਪ੍ਰਾਰੰਭਤਾ ਦੀ ਅਰਦਾਸ ਹੁੰਦੀ ਹੈ ਬਕਾਇਦਾ ਹਰਮੰਦਰ ਸਾਹਿਬ। ਦਾਸ ਨੇ ਸੁਣਿਆ ਸੀ ਬਜ਼ੁਰਗਾਂ ਦੇ ਪਾਸੋਂ, ਮੈਨੂੰ ਪਤਾ ਨਹੀਂ ਹੈ ਜੇ ਮਹਾਰਾਜ ਜਾਣਨ, ਸਤਿਗੁਰੂ ਜਾਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰੇਮੀ ਹਜ਼ੂਰੀਏ ਜਾਣਨ, ਅਗਰ ਕੁਛ ਇਹਦੇ 'ਚ ਸੁਧਾਰ ਕਰਨਾ ਹੋਵੇ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੀ ਕਥਾ ਦੇ ਦੌਰਾਨ ਕਰ ਵੀ ਸਕਦੇ ਹਨ। ਵੀ ਇਹ ਪੁਰਾਣੀਆਂ ਰਵਾਇਤਾਂ ਸੀਗੀਆਂ। ਮੈਂ ਹਰਮੰਦਰ ਸਾਹਿਬ ਜੀ ਦਾ ਜ਼ਿਕਰ ਨਹੀਂ ਕਰ ਰਿਹਾ ਹਾਂ।
ਵੀ ਬਸੰਤੀ ਰੰਗ ਦਾ ਕੜਾ ਪ੍ਰਸ਼ਾਦ ਬਣਦਾ ਸੀ ਤੇ ਕੀਰਤਨੀਆਂ ਨੂੰ ਬਸੰਤੀ ਰੰਗ ਦੇ ਸਿਰੋਂ ਪਾਓ ਜਿਹੜੇ ਸਨ ਉਹ ਬਖਸ਼ੇ ਜਾਂਦੇ ਸਨ ਜਦੋਂ ਬਸੰਤ ਰੁੱਤ ਪ੍ਰਾਰੰਭ ਹੁੰਦੀ ਸੀ। ਫਿਰ ਹਜੂਰ ਸਾਹਿਬ ਜੀ ਦੀ ਧਰਤੀ ਉੱਪਰ ਉਹ ਪਟਨਾ ਸਾਹਿਬ ਅੱਜ ਵੀ ਗੁਰੂ ਸੰਗਤ ਦੇ ਤਾਈਂ ਸੋ ਵਿਸ਼ੇਸ਼ ਪ੍ਰਸ਼ਾਦ ਜਿਹੜਾ ਹੈ ਬੇਦੇ ਦੇ ਆਦਿਕ ਜੋ ਹੈ ਉਹ ਵੱਡੀ ਜਾਂਦੀ ਹੈ ਜਦੋਂ ਸ਼ਾਮ ਦੇ ਸਮੇਂ ਇਹ ਬਸੰਤ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ। ਫਿਰ ਦਸਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਇੱਕ ਤੁਕ ਲਿਖੀ ਹੈ, ਜਾਨਕ ਅੰਤ ਬਸੰਤ ਸਭੇ ਮਿਲ ਚਾਚਰ ਖੇਲ ਸਿਧਾਰੇ। ਇਹ ਬਚਨ ਆਉਂਦਾ ਹੈ ਸੋ ਪਾਰਸਨਾਥ ਰੁਦਰ ਅਵਤਾਰ ਵਿੱਚ, ਜਾਨਕ ਅੰਤ ਬਸੰਤ ਸਭੇ ਮਿਲ ਚਾਚਰ ਖੇਲ ਸਿਧਾਰੇ। ਇਹ ਚਾਚਰ ਦੀ ਖੇਡ ਅੰਤ ਬਸੰਤ ਸਭੇ ਮਿਲ, ਜਦੋਂ ਬਸੰਤ ਦਾ ਅੰਤ ਹੁੰਦਾ ਹੈ, ਮਤਲਬ ਬਸੰਤ ਦਾ ਅੰਤ ਹੁੰਦਾ ਹੈ ਹੋਲੀ ਵਾਲੇ ਦਿਨ, ਫਿਰ ਉਹ ਦਿਨ ਸਾਰੇ ਚਾਚਰ ਖੇਡਦੇ ਹਨ, ਹੋਲੀ ਖੇਡਦੇ ਨੇ। ਦਸਵੇਂ ਪਾਤਸ਼ਾਹ ਕਹਿੰਦੇ ਤੇ ਸੂਰਮਿਆਂ ਨੇ ਖੂਨ ਦੀ ਹੋਲੀ ਖੇਡੀ, ਮਤਲਬ ਜਦੋਂ ਬਸੰਤ ਰੁੱਤ ਸਮਾਪਤ ਹੋ ਜਾਂਦੀ ਹੈ ਉਸ ਦਿਨ ਫਿਰ ਸਾਧ ਸੰਗਤ ਜੀ ਭਾਵ ਅੱਜ ਦੇ ਦਿਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਸਮਾਪਤੀ ਉਪਰੰਤ ਫਿਰ ਬਸੰਤ ਰਾਗ ਦੀ ਸਮਾਪਤੀ ਜਿਹੜੀ ਹੈ ਉਹ ਹੋ ਜਾਂਦੀ ਹੈ। ਇਸ ਰੁੱਤ ਦੇ ਦੌਰਾਨ ਕੋਈ ਵੀ ਗੁਰੂ ਰਾਮਦਾਸ ਦਾ ਹਜ਼ੂਰੀਆ ਭਾਵੇਂ 5 ਮਿੰਟ ਕੀਰਤਨ ਕਰੇ ਸਮਾਗਮਾਂ ਦੇ ਵਿੱਚ ਵੀ ਜਾਂ ਇੱਥੇ ਵੀ ਭਾਵੇਂ 5 ਘੰਟੇ ਕੀਰਤਨ ਕਰੇ, ਉਹਨੂੰ ਬਸੰਤ ਰਾਗ ਗਾਇਨ ਕਰਨਾ ਹੈ ਤੇ ਬਸੰਤ ਰਾਗ ਦੀ ਵਾਰ ਦਾ ਉਹਨੂੰ ਗਾਇਨ ਕਰਨਾ ਹੈ। ਪੁਰਾਤਨ ਗੁਰਸਿੱਖ ਇਸ ਬਸੰਤ ਰੁੱਤ ਵਿੱਚ ਸਵਾ ਲੱਖ ਪਾਠ ਬਸੰਤ ਦੀ ਵਾਰ ਦੇ ਕਰਿਆ ਕਰਦੇ ਸਨ। ਇਹ ਬਸੰਤ ਦੀ ਵਾਰ ਮਹਾਰਾਜ ਨੇ ਆ ਜਿਹੜਾ ਰਾਮਸਰ ਸਾਹਿਬ ਦਾ ਸਥਲ ਹੈ ਬੇਰੀ ਦੇ ਥੱਲੇ ਬਹਿ ਕੇ ਮਹਾਰਾਜ ਨੇ ਉਚਾਰਨ ਕੀਤਾ ਸੀ ਤੇ ਕਿਹਾ ਸੀ ਬਸੰਤ ਵਾਰ ਦੀਆਂ ਰਾਗ ਦੀਆਂ 3 ਪੌੜੀਆਂ ਪੜ੍ਹ ਲਈਆਂ ਕਿ ਸੁਖਮਨੀ ਦੀਆਂ ਸੋ 24 ਅਸ਼ਟਪਦੀਆਂ ਪੜ੍ਹ ਲਈਆਂ, ਇਹ ਇੱਕ ਬਰਾਬਰ ਹੈ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਸਾਹਿਬ ਜੀ ਦੇ ਤਾਈਂ ਰਾਮਸਰ ਦੇ ਸਥਾਨ ਤੇ ਸਾਧ ਸੰਗਤ ਜੀ ਉਦੋਂ ਇਹ ਬੇਰੀ ਦੇ ਥੱਲੇ ਬਹਿ ਕੇ ਬਚਨ ਆਖਿਆ ਸੀਗਾ। ਇਹ ਸਭ ਤੋਂ ਛੋਟੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਫਿਰ ਖਾਲਸਾ ਪੰਥ ਵਿੱਚ ਬਸੰਤੀ ਦਰਬਾਰ ਸੱਜਿਆ ਕਰਦਾ ਸੀ ਮਹਾਰਾਜ ਤੋਂ ਬਾਅਦ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ। ਬਸੰਤੀ ਦਰਬਾਰ ਕੀ ਹੁੰਦਾ ਸੀ? ਮਹਾਰਾਜਾ ਸਾਹਿਬ ਆਮ ਖਾਸ ਵਿੱਚ ਅਮਾਮ ਵਿੱਚ ਆਮ ਦੁਨੀਆ ਵਿੱਚ ਦਰਬਾਰ ਸਜਾਇਆ ਕਰਦੇ, ਖੁੱਲਾ ਪੰਡਾਲ ਸਜਦਾ ਸੀ, ਕਈ ਕਿੱਲਿਆਂ ਦੇ ਵਿੱਚ ਪੰਡਾਲ ਸਜਦਾ ਸੀ। ਤੋ ਆਪ ਜੀ ਖੁੱਲੇ ਪੰਡਾਲ ਵਿੱਚ ਬੈਠਿਆ ਕਰਦੇ ਸਨ। ਉਸ ਸਮੇਂ ਜਿਹੜੇ ਸਿੱਖ ਨੌਜਵਾਨ ਸਨ ਉਹ ਸ਼ਸਤਰ ਵਿਦਿਆ ਦੇ ਜੋਰ ਦਿਖਾਇਆ ਕਰਦੇ ਸੀ, ਨੇਜਾਬਾਜੀ ਘੋੜ ਸਵਾਰੀ ਆਦਿਕ ਦੇ ਜੋਰ ਵਿਖਾਉਣੇ, ਜਿਹਦੇ ਵਿੱਚ ਖਾਸ ਇਹ ਮੁਹਾਰਤ ਹੁੰਦੀ ਸੀ। ਮਹਾਰਾਜਾ ਸਾਹਿਬ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਤੇ ਆਪਣੀ ਫੌਜ ਵਿੱਚ ਵਿਸ਼ੇਸ਼ ਅਹੁਦਾ ਦਿਆ ਕਰਦੇ ਸੀ। ਆਪ ਜੀ ਨੂੰ ਪਤਾ ਹੋਵੇ ਕਿ ਨਾ ਖਾਲਸਾ ਜੀ ਪੰਥ ਦੀ ਬਹੁਤ ਵੱਡੀ ਸ਼ਾਨ ਗੁਰਮੁਖ ਪਿਆਰੇ ਸੋ ਸਰਦਾਰ ਹਰੀ ਸਿੰਘ ਜੀ ਨਲਵਾ ਜੀ ਸਾਹਿਬ, ਇਹ ਪੰਥ ਨੂੰ ਬਸੰਤੀ ਦਰਬਾਰ ਦੀ ਦੇਣ ਹੈ। ਸਾਧ ਸੰਗਤ ਜੀ ਸਰਦਾਰ ਹਰੀ ਸਿੰਘ ਜੀ ਨਲਵਾ ਇਹ ਬਸੰਤੀ ਦਰਬਾਰ ਵਿੱਚ ਇਹਨਾਂ ਨੇ ਜੋਰ ਵਿਖਾਇਆ ਸੀ। ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਇਸ ਨੌਜਵਾਨ ਸਿੰਘ ਦਾ ਜੋਰ ਵੇਖਿਆ, ਆਪਣੀ ਫੌਜ ਵਿੱਚ ਭਰਤੀ ਕਰ ਲਿਆ ਤੇ ਆਪਣਾ ਸਿਪਾਹ ਸਲਾਰ ਜਿਹਨੂੰ ਕਮਾਂਡਰ ਕਹਿੰਦੇ ਨੇ ਸ਼ਾਇਦ ਅੱਜ ਕੱਲ੍ਹ ਦੀ ਭਾਸ਼ਾ ਵਿੱਚ, ਉਹ ਸੈਨਾਪਤ ਬਣਾ ਕੇ ਇਹਨਾਂ ਨੂੰ ਸਨਮਾਨ ਦਿੱਤਾ ਸੀ। ਦਰਾਏ ਖੈਬਰ ਤੋਂ ਲੈ ਕੇ ਵੱਡੇ ਵੱਡੇ ਰਾਹ ਜਿਹੜੇ ਸੀ ਵਿਦੇਸ਼ੀ ਧਾੜਵੀਆਂ ਦੇ ਸਰਦਾਰ ਜੀ ਨਾਲ ਨੇ ਫਿਰ ਬੰਦ ਕੀਤੇ ਸੀ। ਸਰਦਾਰ ਹਰੀ ਸਿੰਘ ਜੀ ਨਲਵਾ ਜੀ ਸਾਹਿਬ ਜੀ ਨੇ ਇਹ ਬਸੰਤੀ ਦਰਬਾਰ ਸਾਧ ਸੰਗਤ ਜੀਓ ਸੱਜਿਆ ਕਰਦੇ ਸਨ। ਇੱਕ ਦੋ ਬਚਨ ਕਹਿ ਕੇ ਮੈਂ ਸਮਾਪਤੀ ਵਾਲੇ ਪਾਸੇ ਟੁਰ ਜਾਣਾ ਹੈ। ਖਾਲਸਾ ਜੀਓ, ਗਰੀਬ ਨਿਵਾਜ ਮਹਾਰਾਜ ਜੀ ਨੇ ਪੰਥ ਨੂੰ 2 ਤਰ੍ਹਾਂ ਦੀ ਸ਼ਕਤੀ ਦਿੱਤੀ ਹੈ, ਇੱਕ ਜਿਸਮਾਨੀ ਸ਼ਕਤੀ ਹੈ, ਇੱਕ ਰੂਹਾਨੀ ਸ਼ਕਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਇਹ ਰੂਹਾਨੀ ਸ਼ਕਤੀ ਹੈ, ਬਾਣਾ ਸ਼ਾਸਤਰ, ਔਰ ਇਸੇ ਪ੍ਰਕਾਰ 5 ਕਕਾਰ ਘੋੜ ਸਵਾਰੀ ਨੇਜਾਬਾਜੀ ਇਹ ਖਾਲਸੇ ਦੀ ਜਿਸਮਾਨੀ ਸ਼ਕਤੀ ਹੈ। ਖਾਲਸਾ ਜੀਓ, ਸਿੰਘ ਬੰਦਗੀ ਵਾਲਾ ਚਾਹੀਦਾ ਹੈ। ਉਹ ਸਿੰਘ ਕਾਦਾ, ਉਹ ਸਿੰਘਣੀ ਕਾਦੀ ਜੋ 5 ਬਾਣੀਆਂ ਪੜ੍ਹੇ ਬਿਨਾ ਮੂੰਹ ਝੂਠਾ ਕਰ ਲਵੇ, ਉਹ ਸਿੰਘ ਨਹੀਂ ਹੈ। 10ਵੇਂ ਪਾਤਸ਼ਾਹ ਮਾਨ ਨੇ ਆਖਿਆ, ਸ੍ਰੀ ਜਪ ਜਾਪ ਜਪੇ ਬਿਨ ਜੋ ਜੇਵੇ ਪ੍ਰਸਾਦ ਸੋ ਬਿਸ਼ਟਾਂ ਕਾ ਜੰਤ ਹੈ ਜਨਮ ਗਵਾਵੇ ਬਾਦ। ਜਿਹੜਾ ਜਪ ਜਾਪ ਪੜ੍ਹੇ ਬਿਨਾ ਪ੍ਰਸਾਦ ਜੇਵਦਾ ਹੈ, ਪ੍ਰਸਾਦ ਖਾਂਦਾ ਹੈ, ਸੋ ਬਿਸ਼ਟਾਂ ਕਾ ਜੰਤ ਹੈ। ਮਹਾਰਾਜ ਨੇ ਆਖਿਆ
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਆਸਾ ਦੀ ਵਾਰ ਵਿੱਚ ਹੁਣੇ ਹੁਣੇ ਗਾਏ ਜਾ ਰਹੇ ਸਨ। ਜਿਤ ਮੁਖ ਨਾਮ ਨਾ ਊਚ ਰਹੇ, ਵਿਣ ਨਾ ਵੈ ਰਸ ਖਾਹੇ, ਕਿ ਜਿਹੜੇ ਮੂੰਹ ਤੋਂ ਨਾਮ ਨਹੀਂ ਉਚਾਰਦਾ ਤੇ ਨਾਮ ਤੋਂ ਬਿਨਾਂ ਰਸ ਖਾਨਾ, ਭੋਜਨ ਖਾਨਾ, ਨਾਨਕ ਇਹ ਵੈ ਜਾਣੀਆਂ ਤਿਤ ਮੁਖ ਥੁੱਕਾਂ ਬਾਹੇ। ਕਿੱਡਾ ਕਰੜਾ ਸ਼ਬਦ, ਨਾਮ ਬਿਨਾ ਜੋ ਕਹਿ ਰਹਿ ਪਹਿ ਰਹਿ ਖਾਏ, ਜਿਉ ਕੁਕਰ ਜੂਠਨ ਮੈਂ ਪਾਏ। ਸਿੰਘ ਦੇ ਕੋਲ ਸਾਧ ਸੰਗਤ ਜੀਓ ਬੰਦਗੀ ਚਾਹੀਦੀ ਹੈ, ਇਹਦੀ ਰੂਹਾਨੀ ਤਾਕਤ ਹੈ। ਬੰਦਗੀ ਤੋਂ ਬਿਨਾਂ ਕੁਛ ਨਹੀਂ ਜੇ ਹੋਣਾ। ਜਿੰਨੀਆਂ ਮਰਜ਼ੀ ਗੱਲਾਂ ਸੁਣ ਲਓ, ਨਵੀਆਂ ਤੋਂ ਨਵੀਆਂ ਸੁਣਾਉਣ ਵਾਲੇ ਬੰਦੇ ਬੈਠੇ ਆ, ਤੇ ਜਿੰਨੀਆਂ ਮਰਜ਼ੀ ਗੱਲਾਂ ਸੁਣੀ ਜਾਓ, ਕੋਈ ਫਰਕ ਨਹੀਂ ਹੈ, ਕੰਨ ਰਸ ਤੋਂ ਇਲਾਵਾ ਕੁਛ ਨਹੀਂ। ਪਰ ਇਹਦੇ ਨਾਲ ਸਿੰਘ ਦੇ ਅੰਦਰ ਜਿਸਮਾਨੀ ਤਾਕਤ ਵੀ ਚਾਹੀਦੀ ਹੈ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਮੇਰਾ ਸਿੰਘ ਮੋਟਾ ਨਹੀਂ ਚਾਹੀਦਾ ਹੈ, ਮੇਰੇ ਸਿੰਘ ਦਾ ਸਰੀਰ ਰਿਸ਼ਟ ਪੁਸ਼ਟ ਹੋਵੇ। ਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਮੱਲ ਖਾੜੇ ਬਣਾਏ। ਮੈਂ ਇੱਕ ਵਾਰੀ ਕਿਹਾ ਵੀ ਸੀਗਾ, ਸਾਡੇ ਧਰਮ ਦੇ ਗੁਰਦੁਆਰੇ ਬੜੇ ਵੱਖਰੇ ਹਨ। ਸਾਡੇ ਧਰਮ ਦੇ ਗੁਰਦੁਆਰੇ ਰੁੱਖਾਂ ਦੇ ਨਾਮ ਤੇ ਹਨ, ਸਾਨੂੰ ਵਾਤਾਵਰਣ ਦੇ ਨਾਲ ਜੁੜਨ ਦੀ ਪ੍ਰੇਰਨਾ। ਕਿੰਨੇ ਗੁਰੂ ਕੇ ਬਾਗ, ਪਟਨੇ ਗੁਰੂ का बाग, हजूर साहब गुरु का बाग, सासाराम गुरु का बाग, फिर इधर बनारस ਵਿੱਚ गुरु का बाग है, लीची बाग है, ਇੱਥੇ ਮਾਝੇ ਵਿੱਚ गुरु का बाग है। ਅੰਮ੍ਰਿਤਸਰ ਸਾਹਿਬ ਆ ਲੰਗਰ ਸਾਹਿਬ ਦੇ ਸਾਹਮਣੇ, ਇਹ ਦੀਵਾਨ ਦੇ ਸਾਹਮਣੇ गुरु का बाग। ਕਿੰਨੇ गुरु के बाग, बेर गुरु की बेर, टाली साहब, टाला साहब, अनंत अनंत। इवें साडे गुरुद्वारे साध संगत जीओ, गुरुद्वारा मल खाड़ा साहब, वाह, पहलवानां दा खाड़ा गुरु अंगद साहब ने बनाए। गुरु हरगोबिंद साहब अकाली बाबा फूला सिंह साहब जी का जिहड़ा बुरज आ बस अड्डे दे कोल, जिथे दरबार साहब की पार्किंग बनी आ, इत्थे महाराज आप घुलिया करते सन पैंदे दे नाल। 10वें पातशाह मान ने अखाड़े बनाए। तो इस प्रकार सिंह नूं सिर्फ मान ने श्री साहब पहराई नहीं पाउण वास्ते नहीं, सानू चलाउणी भी आउणी चाहिदी है। हर सिंह महल्ले में जावे, जिन्हें 10वें पातशाह का खुशा लेना है, वो शस्त्रधारी होवे, घोड़ा सवारी, नेजेबाजी, सवेरे उठ के नितनेम, और नितनेम के नाल अपने शरीर को रिष्ट पुष्ट रखना चाहिए है। सधारण खुराक खा के ते शरीर को मालिश करो, डंड बैठक कड्डो, जो सतगुरु गरीब नवाज महाराज ने सानू जीवन जुगत दसी है, रूहानी और जिसमानी, उन्होंने अपना के महाराज जी का खुशा लेना चाहिए है। ये मनाए हुए महल्ले साडे फलीभूत होणगे। गरीब नवाज महाराज कृपा करन, पंथ की बौड़ी करन, पंथ विच इतफाक आवे, सलूक आवे, पंथ का गवाचिया होया राज भाग, सन्मान अते शान बहाल होवे, पंथ की चढ़दी कला होवे, सतगुरु बख्शिश करन। खालसा जीओ, अज पावन होले महल्ले का त्योहार है, थावां प्रथावां ते बेअंत गुरु के गुरसिख मना रहे ने। सो अचनचेत पंजाब आउण होया, मन विच ख्याल सी भी शायद सारा पंथ आनंदपुर साहब, हजूर साहब, पटना साहब ही गया होवेगा कि घट रौनक होवे, पर कल देखिया कि शहर विच कोई भी ऐसी गली नहीं जिथे तिल सुट्टियां भी भोए पैंदा होवे। रात भी वड्डी भारी रौनक, हुण भी लंबी लाइन लगी हुई गुरु रामदास महाराज के दर्शनां दीदारां दे वास्ते। बेअंत गुरु के गुरसिख होले महल्ले नूं मनाउण वास्ते आए ने। अज सवेरे आसा दी वार तो बाद बसंत राग की समाप्ति की अरदास हो गई है, तो दोपहर नूं महला भी निकलेगा शहर दे विच। शाम नूं सुखासन तो उपरंत पालकी श्री गुरु ग्रंथ साहिब जी महाराज के सवारे की फूल माल भी होवेगी। वो संकेत रूप दे विच एक महला कढ़िया जाता है। जिन्हां दे कोल अवसर होवे भाई जरूर हाजरियां भरो। सो गरीब नवाज कृपा करन, दास गुर 10वें पातशाह महाराज वल्लों, महाराज दे हजूरियां वल्लों, और इस प्रकार इस पावन स्थान दे दरबार साहब जी के मुख ग्रंथी श्री मान सिंह साहब, ज्ञानी जी ज्ञानी जगतार सिंह साहब जी, और गुरु रामदास महाराज के सारे नेमियां प्रेमियां ते समुचे निज़ाम वल्लों, सो समुचे श्री गुरु खालसा पंथ के ताई बेअंत बेअंत होले महल्ले की वधाई आखदा है। आप जी स्वीकार करो, गुरु महाराज की बाणी दे नाल जुड़ो, बाणे विच प्रपक्क होवो, शस्त्रधारी होवो, और पंथ दीयां परंपरावां दे साध संगत जी पहरेदार बनो। 10वें पातशाह महाराज ने आख्या, मेरा सिंह बाणी भी पढ़े, होर धर्मां दे ग्रंथ भी पढ़े, पर राजनीति नाल भी रस रसूख जरूर रखे। जरूर सानू पंथ दे भविख दे निमित्त विचारना चाहिए है। महाराज दा खुशा साडे ताईं मिले। आओ 10 मिनट 12 मिनट अपने कोल बचेंदे हन। महाराज दे घर दी आद काल दी मर्यादा दे अनुसार
ਅੱਜ ਮਹਾਰਾਜ ਨੇ ਮੁੱਖ ਵਾਕ ਵੀ ਕਿਰਪਾ ਕਰਕੇ ਸਵਾਇਆ ਹੀ ਬਖਸ਼ਿਆ ਹੈ। ਤੇ ਲੜੀਵਾਰ ਰੂਪ ਦੇ ਵਿੱਚ ਮਹਾਰਾਜ ਦੇ ਮੁੱਖ ਵਾਕ ਨੂੰ ਵਿਚਾਰੀਏ ਭਾਈ। आओ जितने भी माई भाई बिरध बालिक गरीब निवाज महाराज जी की पवित्र गोद में सुभायमान होकर और देशां विदेशां प्रदेशां में दूरदर्शन दूर सरवण भा मीडिया के जरिए महाराज जी की कथा के नाल जुड़ रहे हो भाई। एकाग्रता बनाओ। श्री गुरु कलगीधर पातशाह महाराज जी के चरणों का ध्यान धरो। रसना पवित्र करते हुए प्यार दे नाल गज के आखो जी सतनाम श्री। प्यार नाल फिर आखो जी सतनाम श्री वाह। सतनाम श्री वाहिगुरु साहिब जी। सोरठ महला पंजवा घर पहला ती तुके। एक ओंकार सतगुर प्रसाद। अज दा मुख वाक शहीदों के सिरताज कलजों के जहाज गुरु गरीब निवाज महाराज श्री सतगुरु गुरु अर्जन देव जी सच्चे पातशाह महाराज के मुख रसना तो उचारण होया। इत्थे सोठ राग की बाणी गुरु अर्जन साहब की ये प्रारंभ हो जाती है खालसा जी। इस तो पिछे गुरु रामदास महाराज के 5 शब्द पूरे हो गए सन। सो इस प्रकार ये मुख वाक धन श्री गुरु ग्रंथ साहब जी महाराज के पावन 608 अंग के ऐन उपर शोभायमान हो रहा है। पहले घर सुरताल विच गाउण दी आग्या है। ते तुक्के 3-3 तुक्कां वाले ये शब्द हैं। कई वारी मान ने 2 पंक्तियां नूं एक तुक आख्या, कई वारी एक तुक नूं एक लाइन एक पंक्ति नूं एक तुक आख्या है। ये महाराज दी मौज है भाई। पहला मंगल करते ने प्रभु एक है सत चेतन आनंद स्वरूप है। उस एक ओंकार की प्राप्ति सतगुरां की कृपा दे नाल हुंदी है। ये मंगल उचारण करके अगे उपदेश देंदे हैं। बैरागमई उपदेश है सरवण करो। किस हौ जाची किस आराधी जा सबको कीता होसी। महाराज कहते ने भाई महाराज तो बिना किस हो जाची किहदे पासों मंगीए भला। असी नहीं मंगते हाँ। 12 मिसलों में पंथ वंडिया। उन्हां मिसलों चों एक मिसल सी भंगियां दी मिसल। ਉਹਦੇ ਜਥੇਦਾਰ ਹੋਏ ਨੇ ਬਾਬਾ ਗੁੱਜਰ ਸਿੰਘ ਜੀ। ਜ਼ਕਰੀਏ ਨੇ ਨਵਾਬੀ ਭੇਜੀ ਬਾਬਾ ਗੁੱਜਰ ਸਿੰਘ ਸਾਹਿਬ ਜੀ ਨੂੰ। ਨਵਾਬੀ ਪੰਥ ਵਿੱਚ ਬੜੀ ਵਾਰੀ ਆਈ ਆ, ਆਪਾਂ ਪੜ੍ਹਦੇ ਨਹੀਂ ਹਾਂ ਤੇ ਸਾਨੂੰ ਪਤਾ ਨਹੀਂ ਲੱਗਦਾ ਹੈ। ਇੱਕ ਵਾਰੀ ਤੇ ਨਵਾਬ ਕਪੂਰ ਸਿੰਘ ਜੀ ਨੇ ਨਵਾਬੀ ਗ੍ਰਹਿਣ ਕੀਤੀ ਆ ਨਾ, ਸਿੰਘਾਂ ਦੇ ਜੋੜਿਆਂ ਦੇ ਨਾਲ ਜੁੱਤੀਆਂ ਦੇ ਨਾਲ ਸੁਹਾ ਕੇ। ਇੱਕ ਵਾਰੀ ਬਾਬਾ ਗੁੱਜਰ ਸਿੰਘ ਸਾਹਿਬ ਦੇ ਪਾਸ ਨਵਾਬੀ ਆਈ। ਜ਼ਕਰੀਏ ਨੇ ਕਿਹਾ ਵੀ ਨਵਾਬੀ ਲੈ ਲਓ ਤੇ ਟੇਕ ਕੇ ਬਹਿ ਜਾਓ। ਅਖੇ ਅਸੀਂ ਹਿੰਦੁਸਤਾਨ ਨੂੰ ਲੁੱਟਣਾ ਲੁੱਟ ਲੈਣ ਦਿਓ। पंथ ने कहा भी नहीं ये नहीं काम होना। यदि नवाबी का जवाब लिख के भेजा पंथ प्रकाश में बाबा रतन सिंह जी भंगू जी ने लिखा। बाबा गुज्जर सिंह जी जथेदार ने कौम के जथेदार ने 3 चीज़ां भेजियां। एक गोंगलू जिन्होंने शलगम कहने आपां, एक तप्पड़ मतलब वो कपड़ा जिहदे विच घाह फूस वढ़ के ते काही लोग वलेट के बन के ते वेचदे ने। ते तीसरी भेजी एक चिट्ठी। ते चिट्ठी में लिखिया सी सिंह होए राखै किस कान ऐरे गैरे का रखे सन्मान। भी तू राज भाग की गल करदा। सिंह असीं जो राज चाहिए होगा मल लांगे फिक्र ना कर। तेरा दिता राज भी साडे लई गुलामी आ ते असीं भावें घोड़ियां दीयां काठियां ते तुरे फिरीए साडे लई ये भी बादशाही आ। पुराने सिंह ना एक दूजे नूं पातशाह कहा करदे सी। निहंग सिंह अज भी कहंदे ने आओ पातशाहो बैठो पातशाहो जल पानी छको पातशाहो सुख लो पातशाहो। क्या सी उदां ही पातशाह हाँ। ते गोंगलू जेड़े सी शलगम वो तां भेजे भी धरती मां दी नंगी गोद चों उत्पन्न होए। गोंगलू शलगम कंद मूल खा के ते ढिड भर लांगे, घाह बेच के ते गुजारा कर लांगे, पर तेरियां नवाबियां नहीं कबूल करनियां। जा जाके नज़ारे लै, जो लोड़ होगी राज ले लांगे। दिल्ली की किहड़ी गल है ते बिल्ली आ, पैर धरती ते मारो तो तरबक जाती है, जो मर्जी डरा लो। इस करके महाराज तो बिना कुछ नहीं मंगता है सिंह, किसी तो किसी की परवाह नहीं करता है। महाराज कहते किस हों जाची, कहते कोलों की मंगना भला। सब भिखारी ने, भिखारियां तो मंगण वाले लोग महा मूर्ख होंदे हैं। ते किस आराधी, महाराज तो बिना किहदा आराधन करना। आराधन हुंदा है किसी खास देवी देवते का खास मनोरथ नूं लैके खास मंत्र का जो जप करना है, उन्होंने आराधन कहते।
ਜਿਵੇਂ ਧਨ ਵਾਸਤੇ ਲੋਕ ਕੁਬੇਰ ਦੀ ਜਾਂ ਲక్ష్ਮੀ ਦੀ, ਰੱਖਿਆ ਵਾਸਤੇ ਲੋਕ ਹਨੂਮਾਨ ਦੀ ਜੋ ਕਰਦੇ ਨੇ ਉਹਨੂੰ ਆਰਾਧਨਾ ਕਹਿੰਦੇ ਨੇ। ਮਹਾਰਾਜ ਕਹਿੰਦੇ ਮੈਂ ਨਹੀਂ ਕਿਸੇ ਦਾ ਆਰਾਧਨ ਕਰਦਾ। ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਕਹਿੰਦੇ ਕਿਹਦੇ ਕੋਲੋਂ ਮੰਗਾ ਤੇ ਕਿਹਦਾ ਆਰਾਧਨ ਕਰਾਂ, ਜਾਂ ਸਭ ਕੋ ਕੀਤਾ ਹੋਸੀ। ਜਦੋਂ ਸਾਰੇ ਉਹਦੇ ਪੈਦਾ ਕੀਤੇ ਹੋਏ ਨੇ ਤੇ ਮੈਂ ਪੈਦਾ ਕਰਨ ਵਾਲੇ ਦੇ ਕੋਲੋਂ ਮੰਗਾਂਗਾ ਤੇ ਪੈਦਾ ਕਰਨ ਵਾਲੇ ਦੀ ਆਰਾਧਨਾ ਕਰਾਂਗਾ। ਉਹਦੇ ਪੈਦਾ ਕੀਤੇ ਹੋਏ ਵਸਤੂਆਂ ਦਾ ਕਿਉਂ ਆਰਾਧਨ ਕਰਾਂ? ਪੈਦਾ ਕੀਤੀਆਂ ਹੋਈਆਂ ਵਸਤੂਆਂ ਦੇ ਕੋਲੋਂ ਕਿਉਂ ਮੰਗਾ ਭਾਈ? ਮੈਂ ਨਹੀਂ ਮੰਗਦਾ। ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਮਹਾਰਾਜ ਕਹਿੰਦੇ ਜੋ ਵੱਡੇ ਵਡੇਰੇ ਦਿਖਦੇ ਨੇ ਉਹ ਖਾਕ ਵਿੱਚ ਰਲ ਜਾਣਗੇ, ਅਖੀਰ ਨੂੰ ਮਿੱਟੀ ਹੋ ਜਾਣਗੇ, ਮਰ ਖਪ ਜਾਣਗੇ। ਜਿਨ੍ਹਾਂ ਨੇ ਮਰ ਖਪ ਜਾਣਾ ਰਹਿਣਾ ਨਹੀਂ, ਮੈਂ ਕਿਉਂ ਮੰਗਾ? ਨਿਰਭਉ ਨਿਰੰਕਾਰ ਪਵ ਖੰਡਨ, ਸਭ ਸੁਖ ਨਵਨਿਧ ਦੇਸੀ। ਮਹਾਰਾਜ ਕਹਿੰਦੇ ਮੇਰਾ ਮਾਲਕ ਨਿਰਭਉ ਹੈ, ਜੀ ਹਾਂ ਨਿਰੰਕਾਰ ਹੈ, ਜੀ ਭਵ ਖੰਡਨ ਹੈ, ਭੈ ਨੂੰ ਕੱਟਣ ਵਾਲਾ ਹੈ ਤੇ ਸਾਰੇ ਸੁੱਖਾਂ ਨੂੰ ਨੌ ਨਦੀਆਂ ਨੂੰ ਦੇਣ ਵਾਲਾ, ਮੈਂ ਉਹਦਾ ਭਿਖਾਰੀ ਹਾਂ। ਹਰ ਜੀਓ ਤੇਰੀ ਦਾਤੀ ਰਾਜਾ। ਮਹਾਰਾਜ ਕਹਿੰਦੇ ਆ ਮੇਰੇ ਮਾਲਕ ਜੀ, ਮੇਰੇ ਸੁਆਮੀ ਜੀਓ ਜੀ, ਮੈਂ ਤੇਰੀਆਂ ਦਾਤਾਂ ਦੇ ਨਾਲ ਰਾਜਾ ਰੱਜਿਆ ਹੋਇਆ ਹਾਂ। ਮੇਰੇ ਤੋਂ ਵੱਡਾ ਕੋਈ ਦੁਨੀਆ ਦੇ ਬਾਦਸ਼ਾਹ ਹੀ ਨਹੀਂ ਹੈਗਾ। ਤੂੰ ਮੈਨੂੰ ਨਿਵਾਜਿਆ ਹੋਇਆ ਤੇ ਮੈਂ ਸਾਰੀ ਦੁਨੀਆ ਦਾ ਰਾਜਾ ਹਾਂ। ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਮਾਨਸ ਬਪੜਾ ਕਿਆ ਸਾਲਾਹੀ, ਕਿਆ ਤਿਸ ਕਾ ਮੁਹਤਾਜਾ। ਮਹਾਰਾਜ ਕਹਿੰਦੇ ਮਨੁੱਖ ਵਿਚਾਰੇ ਬੱਪੜੇ ਦੀ ਕੀ ਸਿਫਤੋ ਸਲਾਹ ਕਰਨੀ ਹੈ ਭਲਾ, ਤੇ ਮਨੁੱਖ ਦੇ ਮੁਤਾਜ ਵੀ ਕੀ ਹੋਣਾ ਹੈ। ਜਿਸ ਮਨੁੱਖ ਨੇ ਮਰ ਜਾਣਾ, ਖਪ ਜਾਣਾ, ਕਿਉਂ ਐਵੇਂ ਸੋਹਲੇ ਗਾਵਾਂ, ਕਿਉਂ ਐਵੇਂ ਮੁਤਾਜ ਹੋਵਾਂ, ਅਧੀਨ ਹੋਵਾਂ? ਕਿਸੇ ਦੇ ਅਧੀਨ ਨਹੀਂ ਹੋਣਾ। ਨਿਹੰਗ ਸਿੰਘ ਕਿਹਾ ਕਰਦੇ ਸੀ ਨਾ, ਇਹ ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ ਅਖੇ, ਨਾ ਕਰੀ ਕਿਤੇ ਕਦੀ ਕਿਸੇ ਦੇ ਮੁਤਾਜ, ਮੁਤਾਜ ਕਰੀ ਉਹਦੇ ਜਿਹਦੇ ਅੱਖਾਂ 'ਚ ਲਾਜ। ਕਿਸੇ ਦੇ ਮੁਤਾਜ ਨਹੀਂ, ਹਰ ਬਿਸਰਤ ਸਭ ਕਾ ਮੁਹਤਾਜ। ਜਿਹੜੇ ਰੱਬ ਤੋਂ ਭੁੱਲੇ ਨੇ ਸਾਰਿਆਂ ਦੇ ਮੁਤਾਜ ਹਨ। ਜਿਹੜਾ ਮਹਾਰਾਜ ਦੇ ਭਜਨ ਬੰਦਗੀ ਕਰਦੇ ਨੇ ਉਹ ਕਿਸੇ ਦੇ ਮੁਤਾਜ ਨਹੀਂ। ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ। ਰਹਾਉ ਜਿਨ ਹਰ ਧਿਆਇਆ, ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਈ। ਮਹਾਰਾਜ ਕਹਿੰਦੇ ਜਿਨੇ ਮਹਾਰਾਜ ਨੂੰ ਧਿਆਇਆ ਉਹਦਾ ਸਾਰਾ ਕੁਝ ਹੀ ਹੋ ਗਿਆ। ਬਾਬੇ ਫਰੀਦ ਨੂੰ ਆਖਿਆ ਸੀ ਅੱਲਾਹ ਪਾਕ ਨੇ ਕਿ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਜੇ ਤੂੰ ਮੇਰਾ ਬਣ ਜਾਵੇਂ ਸਾਰਾ ਕੁਝ ਤੇਰਾ, ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਜਿਵੇਂ ਮਹਾਰਾਜ ਨੇ ਆਖਿਆ ਹੈ। ਕਹਿੰਦੇ ਜਿਨੇ ਮਾਨ ਨੂੰ ਧਿਆਇਆ ਸਾਰਾ ਕੁਝ ਹੀ ਉਹਦਾ ਹੋ ਗਿਆ ਹੈ। ਸਾਰੀ ਦੁਨੀਆ, ਸਾਰੀ ਸ੍ਰਿਸ਼ਟੀ ਉਹਦੀ ਹੈ ਜੀ। ਭੁੱਖਾਂ ਦੂਰ ਹੋ ਗਈਆਂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਐਸਾ ਧਨ ਦੀਆ ਸੁਖ ਦਾਤੈ, ਨਿਖੁਟ ਨਾ ਕਬ ਹੀ ਜਾਈ। ਕਹਿੰਦੇ ਸੁਖ ਦਾਤੇ ਨੇ ਐਸਾ ਨਾਮ ਧਨ ਦਿੱਤਾ ਹੈ ਜਿਹੜਾ ਨਿਖੁੱਟਦਾ ਨਹੀਂ, ਘਟਦਾ ਨਹੀਂ, ਮੁੱਕਦਾ ਨਹੀਂ, ਉਲਟਾ ਵੱਧਦਾ ਜਾਂਦਾ ਹੈ ਭਾਈ। ਆਨੰਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ। ਮਹਾਰਾਜ ਕਹਿੰਦੇ ਆਨੰਦ ਹੋ ਗਿਆ, ਸਹਿਜੇ ਹੀ ਸੁੱਖ ਵਿੱਚ ਸਮਾ ਗਏ, ਰੱਬ ਵਿੱਚ ਸਮਾ ਗਏ ਆ। ਸਮਾਏ ਕਿਵੇਂ ਆ? ਗੁਰੂ ਨੇ ਕਿਰਪਾ ਕੀਤੀ, ਆਪਣੇ ਮੇਲ ਵਿੱਚ ਮਿਲਾਇਆ, ਸੰਗਤ ਵਿੱਚ ਮਿਲਾਇਆ, ਨਾਮ ਜਪਣ ਵਾਲਿਆਂ 'ਚ ਮਿਲਾਇਆ। ਮਹਾਰਾਜ ਕਹਿੰਦੇ ਜੀਵਨ ਵਿੱਚ ਆਨੰਦ ਹੈ, ਰੱਬ ਵਿੱਚ ਸਮਾ ਗਏ ਹਾਂ ਭਾਈ। ਮਨ ਨਾਮ ਜਪ ਨਾਮ ਆਰਾਧ, ਆਨ ਦਿਨ ਨਾਮ ਵਖਾਣੀ। ਮਹਾਰਾਜ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਮਨਾ ਨਾਮ ਦਾ ਜਪ ਕਰ। ਹਾਂ ਮਨਾ ਨਾਮ ਦਾ ਆਰਾਧਨ ਕਰ ਤੇ ਦਿਨ ਰਾਤ ਨਾਮ ਦਾ ਵਖਿਆਨ ਕਰ। ਰਸਨਾ ਦੇ ਨਾਲ ਜਪਦਾ ਰਿਹਾ ਕਰ। ਰਸਨਾ ਕਿਉਂ ਬੰਦ ਹੁੰਦੀ ਤੇਰੀ? ਹੌਲੀ ਹੌਲੀ ਜਪਦਾ ਰਿਹਾ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਚੇਤਾ ਭੁੱਲ ਜਾਵੇ ਤੈਨੂੰ ਚੇਤਾ ਭੁੱਲ ਜਾਇਆ ਕਰਨਾ ਵਾ, ਕਿਉਂਕਿ ਜੇ ਤੇਰੀ ਬਿਰਤੀ ਨਹੀਂ ਜੁੜੀ ਹੈ। ਜਦੋਂ ਚੇਤਾ ਆ ਜਾਵੇ ਫਿਰ ਜਪਣਾ ਸ਼ੁਰੂ ਕਰ ਦਿੱਤਾ, ਫਿਰ ਚੇਤਾ ਭੁੱਲ ਗਿਆ ਕੋਈ ਗੱਲ ਨਹੀਂ, ਜਦੋਂ ਯਾਦ ਆਏ ਫਿਰ ਜਪਣਾ ਸ਼ੁਰੂ ਕਰ ਦਿਆ ਕਰ। ਵਕਤ ਆਵੇਗਾ ਭੁੱਲੇਗਾ ਨਹੀਂ ਤੈਨੂੰ। ਕਹਿੰਦੇ ਦਿਨ ਰਾਤ ਉਹਦੇ ਨਾਮ ਦਾ ਵਖਿਆਨ ਕਰ ਭਲਿਆ। ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੂਕੀ ਕਾਨ ਜਮਾਣੀ। ਮਹਾਰਾਜ ਕਹਿੰਦੇ ਸਾਧੂ ਮਹਾਤਮਾ ਦਾ ਉਪਦੇਸ਼ ਸੁਣਿਆ ਕਰ, ਨਿੰਦਿਆ ਨਾ ਕਰਿਆ ਕਰ, ਨਾ ਨਿੰਦਿਆ ਸੁਣਿਆ ਕਰ, ਸਗੋਂ ਜਪ ਕਰਨ ਵਾਲਿਆਂ ਦਾ ਉਪਦੇਸ਼ ਸੁਣਿਆ ਕਰ। ਮਹਾਰਾਜ ਮਿਲੇਗਾ ਕੀ? ਮਹਾਰਾਜ ਕਹਿੰਦੇ ਕਾਣ ਜਮਾਣੀ, ਜਮਾਂ ਦੀ ਕਾਣ ਕਨੌੜ ਚੁੱਕ ਜਾਵੇਗੀ। ਧਰਮ ਰਾਏ ਦਰ ਕਾਗਦ ਫਾਰੇ, ਜਾਂ ਨਾਨਕ ਲੇਖਾ ਸਮਝਾ। ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ। ਧਰਮ ਰਾਇਆ ਅਬ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਮੇਰਾ ਪ੍ਰਭੂ ਕਿਰਪਾਲੂ ਦਿਆਲੂ ਹੋਇਆ ਹੈ ਉਹ ਗੁਰੂ ਕੀ ਬਾਣੀ ਨਾਲ ਜੁੜੇ ਨੇ। ਨਹੀਂ ਤੇ ਲੋਕ ਦੇ ਕਰਮ ਕਾਂਡਾਂ
ਰੁੱਖਾਂ ਮਨੁੱਖਾਂ ਨੂੰ ਪੂਜੀ ਜਾਂਦੇ, ਇੱਧਰ ਉੱਧਰ ਜਾ ਕੇ ਨੱਕ ਰਗੜਦੇ ਹਨਗੇ, ਜਿਨ੍ਹਾਂ ਨੂੰ ਸੋਝੀ ਨਹੀਂ ਹੈ, ਜਿਨ੍ਹਾਂ ਦੇ ਉੱਪਰ ਮਾਲਕ ਬਖਸ਼ਿੰਦ ਹੋਇਆ ਹੈ, ਮਾਲਕ ਤਰੁੱਠਿਆ ਹੈ, ਉਹ ਗੁਰੂ ਕੀ ਬਾਣੀ ਨਾਲ ਜੁੜੇ ਹਨ ਭਾਈ। ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆ ਦਇਆਲਾ। ਸ਼ਬਦ ਦੀ ਸਮਾਪਤੀ ਕਰਦੇ ਬੇਨਤੀ ਪੂਰਵਕ ਕਹਿੰਦੇ, ਪ੍ਰਭੂ ਤੂੰ ਸਾਰੇ ਜੀਆਂ ਤੇ ਦਇਆ ਕਰਨ ਵਾਲਾ, ਤੇਰੀ ਕੀਮਤ ਕੌਣ ਕਹਿ ਸਕਦਾ ਹੈ, ਤੇਰੀ ਕੀਮਤ ਕਹੈ ਕੌਣ, ਕੋਈ ਨਹੀਂ ਕਹਿ ਸਕਦਾ, ਤੂੰ ਬੇਕੀਮਤੀ ਹੈ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟੋ ਰਹੇ ਲੋਕ ਵਿਲ ਲਾਏ। ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਸਾਰੇ ਕਹਿੰਦੇ ਮਾਲਕ ਸਾਰਾ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਵਰਤਦਾ ਹੈ, ਅਸੀਂ ਬੱਚੇ ਕੀ ਹਾਂ ਤੇਰੇ ਸਾਹਮਣੇ, ਕੁਛ ਵੀ ਨਹੀਂ। ਪਿਤਾ ਹੋ ਜਾਨੋ ਨਾਹੀ ਤੇਰੀ ਕਮਨ ਜੁਗਤਾ, ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। ਸਾਨੂੰ ਤੇ ਪਤਾ ਹੀ ਨਹੀਂ ਹੈ ਤੂੰ ਕਿਵੇਂ ਪ੍ਰਸੰਨ ਹੁੰਨਾ, ਕਿਵੇਂ ਤਰੁੱਠਦਾ ਹੈ, ਅਸੀਂ ਤੇ ਅਣਜਾਣ ਹਾਂ ਮਹਾਰਾਜ। ਤੇ ਇਸੇ ਪ੍ਰਕਾਰ ਸਭ ਕੁਝ ਕੀਤਾ ਹੋਇਆ ਤੇਰਾ ਵਰਤਦਾ ਹੈ, ਅਸੀਂ ਬੱਚੇ ਕੀ ਹਾਂ, ਐ ਮੇਰੇ ਗੋਪਾਲ ਕੁਛ ਵੀ ਨਹੀਂ। ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਸ਼ਬਦ ਦੀ ਸਮਾਪਤੀ ਕਰਦਿਆਂ ਗੁਰੂ ਨਾਨਕ ਦੇ ਨਾਮ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਮੇਰੇ ਪ੍ਰਭੂ ਮੈਨੂੰ ਕਿਰਪਾ ਕਰਕੇ ਰੱਖ ਲੈ ਮਹਾਰਾਜ, ਮੈਂ ਤੇਰਾ ਜਨ ਸੇਵਕ ਹਾਂ। ਐਵੇਂ ਰੱਖ ਲਾ ਜਿਵੇਂ ਪਿਤਾ ਪੁੱਤਰ ਨੂੰ ਕਿਰਪਾ ਕਰਕੇ ਰੱਖ ਲੈਂਦਾ, ਗੁਨਾਹ ਬਖਸ਼ ਦਿੰਦਾ ਨਾ ਤੇ ਗਲ ਦੇ ਨਾਲ ਲਾ ਲੈਂਦਾ ਹੈ, ਐਵੇਂ ਕਿਰਪਾ ਕਰਕੇ ਰੱਖ ਲੈ। ਰੱਖੋ ਰੱਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ, ਗੁਰੂ ਰਾਮਦਾਸ ਰਾਖੋ ਸਰਨਾਈ। ਇਹ ਮਹਾਰਾਜ ਨੇ ਮੁਖ ਵਾਕ ਦੇ ਰਾਹੀਂ ਸ਼ੁਭ ਸਿੱਖਿਆ ਪਾਵਨ ਉਪਦੇਸ਼ ਆ ਸਾਡੇ ਤਾਈਂ ਬਖਸ਼ਿਸ਼ ਕਰਕੇ ਬਖਸ਼ਿਆ ਹੈ। ਗਰੀਬ ਨਵਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਹੈ ਤੇ ਗੁਰੂ ਰਾਮਦਾਸ ਮਹਾਰਾਜ ਦੇ ਹਜ਼ੂਰੀਏ ਗੁਰੂ ਕੇ ਨਿਵਾਜੇ ਸਿੰਘ ਸਾਹਿਬਾਨ। ਸੋ ਜਦੋਂ ਵੀ ਕਿਤੇ ਪੰਜਾਬ ਆਉਣ ਦਾ ਅਵਸਰ ਬਣੇ, ਬੜਾ ਪ੍ਰੇਮ ਕਰਦੇ ਨੇ ਦਸਵੇਂ ਪਾਤਸ਼ਾਹ ਦੇ ਘਰ ਦਾ ਕੂਕਰ ਕੁੱਤਾ ਜਾਣ ਕੇ, ਭਾਵੇਂ ਆਲਸੀ ਕੁੱਤੇ ਹਾਂ ਮਹਾਰਾਜ ਦੇ, ਲੋੜ ਪੈਣ ਤੇ ਭੌਂਕਦੇ ਵੀ ਨਹੀਂ ਹਾਂ, ਖਾ ਕੇ ਸੌਣ ਵਾਲੀ ਗੱਲ ਹੈ, ਪੇਟ ਭਰਿਓ ਪਸ਼ੂਆਂ ਜੋ ਸੋਇਓ, ਫਿਰ ਵੀ ਪ੍ਰੇਮ ਕਰਦੇ ਨੇ, ਆਪ ਸੰਗਤ ਦਾ ਦੀਦਾਰ ਕਰਾ ਦਿੰਦੇ ਨੇ। ਇਹ ਇਹਨਾਂ ਦੀ ਫਰਾਖ ਦਿਲੀ ਹੈ, ਮਹਾਰਾਜ ਕਿਰਪਾ ਕਰਨ। ਹੁਣ ਭਾਵੇਂ ਲੰਮਾ ਸਮਾਂ ਦਰਸ਼ਨ ਦੀਦਾਰ ਆਪ ਜੀ ਦਾ, ਸੋ ਗਰੀਬ ਨਵਾਜ ਮਹਾਰਾਜ ਜਿਵੇਂ ਸਤਿਗੁਰਾਂ ਦੀ ਮੌਜ ਹੈ। ਸੋ ਲੇਖਿਆ ਗਣਤ ਨਾ ਛੂਟੀ ਹੈ, ਕਾਚੀ ਪੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆ ਦਇਆਲਾ। ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।